ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਰੈਫਰੀਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਸਬਜੈਕਟ ਦੀ ਚੈਪਟਰ ਨੰਬਰ 4 에ਅਰ ਰੈਫਰੀਜਰੇਸ਼ਨ ਸਿਸਟਮ। ਟੌਪਿਕ ਹੈ ਸਾਡਾ ਬੈਲ ਕੋਲਮਨ ਸਾਈਕਲ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਜਿੰਨੇ ਵੀ ਸਾਡੇ ਕੋਲ ਰੈਫਰੀਜਰੇਟਿੰਗ ਮਸ਼ੀਨਸ ਨੇ ਉਹ ਕਿਸੇ ਨਾ ਕਿਸੇ ਥਰਮੋਡਾਇਨਮਿਕ ਸਾਈਕਲ ਦੇ ਉੱਤੇ ਵਰਕ ਕਰਦੇ ਆ। ਸੋ ਜੋ 에ਅਰ ਰੈਫਰੀਜਰੇਸ਼ਨ ਸਿਸਟਮ ਹੈ ਉਹ ਕੰਮ ਕਰਦਾ ਬੈਲ ਕੋਲਮਨ ਸਾਈਕਲ ਦੇ ਉੱਤੇ। ਸੋ ਦੇਖਦੇ ਹਾਂ ਜੀ ਬੈਲ ਕੋਲਮਨ ਸਾਈਕਲ ਦੀ ਕੰਸਟਰਕਸ਼ਨ ਕੀ ਹੋਏਗੀ, ਵਰਕਿੰਗ ਕੀ ਹੋਏਗੀ, ਇਸ ਦੇ ਗ੍ਰਾਫਸ ਕਿਸ ਤਰੀਕੇ ਨਾਲ ਪਲਾਟ ਹੋਣਗੇ, COP ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ, ਇਸ ਦਾ ਵਰਕ ਡਨ ਕਿਵੇਂ ਕੈਲਕੂਲੇਟ ਕਰਾਂਗੇ, ਇਸ ਦੀ ਜੋ ਮਾਸ ਫਲੋ ਰੇਟ ਦੀ ਇਕੁਏਸ਼ਨ ਹੋਏਗੀ ਉਹ ਕਿਸ ਤਰੀਕੇ ਦੇ ਨਾਲ ਕੈਲਕੂਲੇਟ ਕਰਾਂਗੇ। ਸੋ ਆਓ ਡਿਸਕਸ ਕਰਦੇ ਹਾਂ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਜੋ ਬੈਲ ਕੋਲਮਨ ਸਾਈਕਲ ਹੈ ਇਹ ਸਭ ਤੋਂ ਪੁਰਾਣੇ ਯੂਜ਼ ਹੋਣ ਵਾਲੇ ਰੈਫਰੀਜਰੇਟਰਸ ਦੇ ਵਿੱਚੋਂ ਇੱਕ ਹੈ ਔਰ ਜਿਸ ਥਰਮੋਡਾਇਨਮਿਕ ਸਾਈਕਲ ਦੇ ਉੱਤੇ ਇਹ ਕੰਮ ਕਰ ਰਿਹਾ ਉਸ ਨੂੰ ਅਸੀਂ ਬੈਲ ਕੋਲਮਨ ਸਾਈਕਲ ਜਾਂ ਰਿਵਰਸਡ ਜਾਊਲ ਸਾਈਕਲ ਜਾਂ ਰਿਵਰਸਡ ਬ੍ਰੇਟਨ ਸਾਈਕਲ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਸੋ ਨੈਕਸਟ ਗੱਲ ਕਰਾਂਗੇ ਇਹਦੀ ਵਰਕਿੰਗ ਦੇ ਬਾਰੇ ਕਿ ਜੋ ਇਹਦੀ ਵਰਕਿੰਗ ਹੈ ਉਹ ਸਾਡੇ ਕੋਲ ਕਿਸ ਤਰੀਕੇ ਨਾਲ ਹੋਏਗੀ। ਕਿਸੇ ਵੀ ਸਾਈਕਲ ਦੀ ਵਰਕਿੰਗ ਉਸ ਦੇ ਕੰਪੋਨੈਂਟਸ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਉਸ ਦੇ ਵਿੱਚ ਅਸੀਂ ਕਿਹੜੇ ਕੰਪੋਨੈਂਟਸ ਯੂਜ਼ ਕੀਤੇ ਹੋਏ ਨੇ। ਜਿਵੇਂ ਕਿ ਅਸੀਂ 에ਅਰ ਰੈਫਰੀਜਰੇਸ਼ਨ ਸਿਸਟਮ ਜੋ ਕਿ ਸਾਡੇ ਕੋਲ ਬੈਲ ਕੋਲਮਨ ਸਾਈਕਲ ਦੇ ਉੱਤੇ ਵਰਕ ਕਰੂਗਾ, ਇਸ ਦੇ ਅੰਦਰ ਅਸੀਂ ਯੂਜ਼ ਕਰਾਂਗੇ ਕੰਪਰੈਸਰ, ਕੂਲਰ, ਐਕਸਪੈਂਡਰ ਐਂਡ ਰੈਫਰੀਜਰੇਟਿੰਗ ਚੈਂਬਰ। ਸੋ ਆਓ ਹੁਣ ਪਹਿਲਾਂ ਦੇਖਾਂਗੇ ਇਹਦਾ ਇੱਕ ਸਿਸਟਮੈਟਿਕ ਡਾਇਗਰਾਮ ਔਰ ਡਾਇਗਰਾਮ ਤੋਂ ਸਮਝਾਂਗੇ ਇਸ ਦੀ ਵਰਕਿੰਗ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ। ਜਿਵੇਂ ਕਿ ਅਸੀਂ ਗੱਲ ਕੀਤੀ ਕਿ ਇਹਦੇ ਅੰਦਰ ਸਾਡੇ ਕੋਲ ਮੇਨਲੀ 4 ਕੰਪੋਨੈਂਟਸ ਯੂਜ਼ ਹੋ ਰਹੇ ਆ, ਸਾਹਮਣੇ ਦੇਖ ਪਾ ਰਹੇ ਹਾਂ ਅਸੀਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੰਪਰੈਸਰ ਦੇ ਬਾਰੇ, ਉਸ ਤੋਂ ਬਾਅਦ ਲੱਗਿਆ ਹੋਇਆ ਸਾਡਾ ਕੂਲਰ, ਉਸ ਤੋਂ ਬਾਅਦ ਹੈ ਸਾਡਾ ਐਕਸਪੈਂਡਰ ਐਂਡ ਦੈਨ ਹੈ ਸਾਡਾ ਰੈਫਰੀਜਰੇਟਿੰਗ ਚੈਂਬਰ। ਹੁਣ ਇਹਦੀ ਵਰਕਿੰਗ ਨੂੰ ਡਿਸਕਸ ਕਰਨ ਦੇ ਵੇਲੇ ਮੈਂ ਜੋ ਪ੍ਰੋਸੈਸ ਸਟਾਰਟ ਕਰ ਰਿਹਾ ਉਹ ਤੁਹਾਨੂੰ ਸਮਝਾਉਣ ਦੇ ਲਈ ਮੈਂ ਸਟਾਰਟ ਕਰ ਰਿਹਾ ਕੰਪਰੈਸਰ ਤੋਂ, ਪਰ ਜਦੋਂ ਅਸੀਂ ਗ੍ਰਾਫ ਪਲਾਟ ਕਰਾਂਗੇ ਉਦੋਂ ਅਸੀਂ ਪ੍ਰੋਸੈਸ ਜੋ ਯੂਜ਼ ਕਰਨਾ ਉਹ ਸਟਾਰਟ ਕਰਾਂਗੇ ਅਸੀਂ ਐਕਸਪੈਂਡਰ ਤੋਂ। ਸੋ ਫਸਟਲੀ ਸਟਾਰਟ ਕਰਦੇ ਹਾਂ ਵਿਦ ਕੰਪਰੈਸਰ ਕਿ ਇਨੀਸ਼ੀਅਲੀ ਬਿਫੋਰ ਕੰਪਰੈਸ਼ਨ ਜੋ ਸਾਡਾ ਰੈਫਰੀਜਰੈਂਟ ਹੋਏਗਾ ਜੋ ਇਸ ਦੇ ਵਿੱਚ ਅਸੀਂ 에ਅਰ ਨੂੰ ਯੂਜ਼ ਕੀਤਾ। ਸੋ 에ਅਰ ਦੀਆਂ ਜੋ ਕੰਡੀਸ਼ਨਸ ਹੋਣਗੀਆਂ ਉਹ ਮੰਨ ਕੇ ਚੱਲੋ ਕਿ ਸਾਡੇ ਕੋਲ ਪ੍ਰੈਸ਼ਰ P3 ਹੈ, ਵੋਲਿਊਮ V3 ਹੈ ਐਂਡ ਟੈਂਪਰੇਚਰ T3 ਹੈ। ਔਰ ਇੱਥੇ ਕੰਪਰੈਸਰ ਤੋਂ ਪਹਿਲਾਂ ਜੋ ਅਸੀਂ ਸਟੇਜ ਲਈ ਆ ਉਹਨੂੰ ਅਸੀਂ 3rd ਪੁਆਇੰਟ ਨੋਟ ਕੀਤਾ। ਸੋ ਜਿਵੇਂ ਹੀ ਇੱਥੋਂ ਹਵਾ ਕੰਪਰੈਸਰ ਦੇ ਅੰਦਰ ਕੰਪਰੈਸ਼ਨ ਦੇ ਲਈ ਗਈ ਤਾਂ ਕੰਪਰੈਸ ਹੋਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਸ ਦਾ ਜੋ ਪ੍ਰੈਸ਼ਰ ਹੈ ਉਹ ਵੱਧ ਗਿਆ, ਟੈਂਪਰੇਚਰ ਵੱਧ ਗਿਆ, ਵੋਲਿਊਮ ਘਟ ਗਿਆ। ਸੋ P4 ਇੱਥੇ ਐਰੋ ਉੱਪਰ ਨੂੰ ਸ਼ੋ ਕੀਤਾ ਹੋਇਆ, V3 ਨੀਚੇ ਨੂੰ ਕਿਉਂਕਿ ਵੋਲਿਊਮ ਘਟਿਆ ਸੀ, ਟੈਂਪਰੇਚਰ T4 ਵਧਿਆ ਸੀ ਇਸ ਕਰਕੇ ਉੱਪਰ ਨੂੰ। ਸੋ 4th ਕੰਡੀਸ਼ਨ 'ਤੇ ਆ ਗਿਆ। 4th ਤੋਂ ਬਾਅਦ ਸਾਡੇ ਕੋਲ ਹੁਣ ਜੋ ਕੰਪਰੈਸ਼ਨ ਹੋਈ ਹੈ, ਕੰਪਰੈਸ਼ਨ ਹੋਣ ਤੋਂ ਬਾਅਦ ਉਸ ਹਵਾ ਦਾ, ਉਸ ਰੈਫਰੀਜਰੈਂਟ ਦਾ ਟੈਂਪਰੇਚਰ ਵੱਧ ਗਿਆ। ਉਸ ਟੈਂਪਰੇਚਰ ਨੂੰ ਹੁਣ ਅਸੀਂ ਰਿਡਿਊਸ ਕਰਨਾ। ਸੋ ਉਸ ਨੂੰ ਅਸੀਂ ਪਾਸ ਕਰ ਰਹੇ ਹਾਂ ਹੁਣ ਕੂਲਰ ਤੋਂ। ਸੋ ਨੈਕਸਟ ਅਸੀਂ ਦੇਖ ਰਹੇ ਹਾਂ ਕੂਲਰ ਲੱਗਿਆ ਹੋਇਆ ਜਿੱਥੇ ਸਾਡੀ ਇਸ ਸਿਸਟਮ ਦੇ ਅੰਦਰੋਂ ਹੀਟ ਨੂੰ ਰਿਜੈਕਟ ਕੀਤਾ ਜਾਊਗਾ। ਸੋ ਜਿੰਨੀ ਅਸੀਂ ਇੱਥੇ ਹੀਟ ਰਿਜੈਕਟ ਕਰਨੀ ਆ ਉਹ ਟੋਟਲ ਦੀ ਟੋਟਲ ਸਾਡੀ ਸੈਂਸੀਬਲ ਹੀਟ ਹੋਏਗੀ। ਹੁਣ ਇਸ ਕੇਸ ਦੇ ਵਿੱਚ ਅਸੀਂ ਸੈਂਸੀਬਲ ਹੀਟ ਹੀ ਕਿਉਂ ਰਿਮੂਵ ਕਰ ਰਹੇ ਹਾਂ, ਲੇਟੈਂਟ ਹੀਟ ਕਿਉਂ ਨਹੀਂ ਰਿਮੂਵ ਕਰ ਪਾ ਰਹੇ, ਕਿਉਂਕਿ ਜੋ ਅਸੀਂ ਇੱਥੇ ਰੈਫਰੀਜਰੈਂਟ ਯੂਜ਼ ਕੀਤਾ ਉਹ ਹੈ ਸਾਡੇ ਕੋਲ 에ਅਰ ਔਰ ਸਾਨੂੰ ਪਤਾ ਹੈ ਕਿ 에ਅਰ ਦੀ ਪ੍ਰੋਪਰਟੀ ਹੈ ਕਿ ਉਹ ਆਪਣਾ ਫੇਸ ਚੇਂਜ ਨਹੀਂ ਕਰ ਸਕਦੀ। ਸੋ ਇਸ ਕਰਕੇ ਇਹ ਪੂਰੇ ਸਿਸਟਮ ਦੇ ਵਿੱਚ ਸਿਰਫ ਸੈਂਸੀਬਲ ਹੀਟ ਹੀ ਆਪਣੇ ਕੋਲ ਟਰਾਂਸਫਰ ਕਰੂਗੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਸੋ ਇਸ ਜਗ੍ਹਾ 'ਤੇ ਕੂਲਰ 'ਤੇ ਅਸੀਂ ਸੈਂਸੀਬਲ ਹੀਟ ਨੂੰ ਰਿਮੂਵ ਕੀਤਾ ਰੈਫਰੀਜਰੈਂਟ ਦੇ ਵਿੱਚੋਂ, 에ਅਰ ਦੇ ਵਿੱਚੋਂ। ਸੋ ਜਿਵੇਂ ਹੀ ਟੈਂਪਰੇਚਰ T4 ਤੋਂ ਟੈਂਪਰੇਚਰ ਚੇਂਜ ਹੋ ਗਿਆ T1 'ਤੇ ਤਾਂ ਦੇਖਾਂਗੇ ਟੈਂਪਰੇਚਰ ਅਸੀਂ ਇੱਥੇ ਰਿਡਿਊਸ ਸ਼ੋ ਕੀਤਾ ਹੋਇਆ, ਟੈਂਪਰੇਚਰ ਸਾਡਾ ਘਟ ਗਿਆ। ਤਾਂ ਜਿਵੇਂ ਹੀ ਟੈਂਪਰੇਚਰ ਘਟੂਗਾ ਸਾਡਾ ਵੋਲਿਊਮ ਵੀ ਘਟ ਜਾਊਗਾ। ਹੁਣ ਵੋਲਿਊਮ ਕਿਵੇਂ ਘਟੇਗਾ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਹੀ ਹਵਾ ਠੰਡੀ ਹੋਣਾ ਸਟਾਰਟ ਹੋਊਗੀ ਉਹਦੀ ਡੈਂਸਿਟੀ ਵਧਣਾ ਸਟਾਰਟ ਹੋ ਜਾਊਗੀ। ਜਿਵੇਂ ਹੀ ਉਹਦੀ ਡੈਂਸਿਟੀ ਵਧੂਗੀ ਤਾਂ ਉਹਦਾ ਵੋਲਿਊਮ ਵੀ ਡਿਕਰੀਜ਼ ਹੋਣਾ ਸਟਾਰਟ ਹੋ ਜਾਊਗਾ, ਘਟਣਾ ਸਟਾਰਟ ਹੋ ਜਾਊਗਾ। ਸੋ ਮੇਰਾ ਵੋਲਿਊਮ ਵੀ ਘਟ ਗਿਆ ਟੈਂਪਰੇਚਰ ਦੇ ਘਟਣ ਦੇ ਨਾਲ, ਪਰ ਪ੍ਰੈਸ਼ਰ ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਜਿੰਨਾ ਪ੍ਰੈਸ਼ਰ ਮੇਰਾ ਕੂਲਰ ਤੋਂ ਪਹਿਲਾਂ ਸੀ ਉਨਾ ਹੀ ਪ੍ਰੈਸ਼ਰ ਮੇਰਾ ਕੂਲਰ ਤੋਂ ਬਾਅਦ 'ਚ ਹੋਊਗਾ। ਸੋ ਇਸ ਜਗ੍ਹਾ 'ਤੇ ਜੋ ਮੇਰੀਆਂ ਕੰਡੀਸ਼ਨਸ ਆਈਆਂ ਉਹ ਬਣ ਗਈਆਂ ਮੇਰੇ ਕੋਲ P1 V1 T1, ਜਿੱਥੇ ਮੇਰਾ ਪ੍ਰੈਸ਼ਰ ਦੇ ਵਿੱਚ ਕੋਈ ਚੇਂਜ ਨਹੀਂ ਆ, ਵੋਲਿਊਮ ਅਤੇ ਟੈਂਪਰੇਚਰ ਦੋਨੋਂ ਘਟ ਗਏ। ਨੈਕਸਟ ਅਸੀਂ ਕਰਾਂਗੇ ਐਕਸਪੈਂਡਰ ਦਾ ਪ੍ਰੋਸੈਸ। ਐਕਸਪੈਂਡਰ ਦੇ ਪ੍ਰੋਸੈਸ ਦੇ ਵਿੱਚ ਅਸੀਂ ਕੀ ਕੀਤਾ,
ਉਸ ਰੈਫਰੀਜਰੈਂਟ ਨੂੰ 에ਅਰ ਨੂੰ ਅਸੀਂ ਐਕਸਪੈਂਡ ਕਰਵਾਤਾ। ਜਿਵੇਂ ਹੀ ਉਸ ਨੂੰ ਐਕਸਪੈਂਡ ਕਰਵਾਵਾਂਗੇ ਤਾਂ ਜਿਵੇਂ ਹੀ ਕਿਸੇ ਚੀਜ਼ ਦੀ ਐਕਸਪੈਂਸ਼ਨ ਹੁੰਦੀ ਹੈ, ਅਸੀਂ ਸਾਰੇ ਜਾਣਦੇ ਹਾਂ ਕੀ ਚੀਜ਼ ਹੁੰਦਾ, ਉਹਦਾ ਪ੍ਰੈਸ਼ਰ ਘਟ ਜਾਂਦਾ, ਵੋਲਿਊਮ ਵੱਧ ਜਾਂਦਾ ਐਂਡ ਟੈਂਪਰੇਚਰ ਘਟ ਜਾਂਦਾ। ਸੋ ਉਸੇ ਤਰੀਕੇ ਦੇ ਨਾਲ ਹੀ ਇਸ ਜਗ੍ਹਾ ਤੇ P2 ਪ੍ਰੈਸ਼ਰ ਸਾਡਾ ਘਟ ਗਿਆ, ਵੋਲਿਊਮ ਵੱਧ ਗਿਆ, ਟੈਂਪਰੇਚਰ ਘਟ ਗਿਆ। ਇਹਨਾਂ ਫਿਜ਼ੀਕਲ ਕੰਡੀਸ਼ਨਸ ਦੇ ਉੱਤੇ ਹੀ ਜੋ ਸਾਡਾ ਰੈਫਰੀਜਰੈਂਟ ਹੋਏਗਾ ਉਹ ਸਾਡੇ ਕੋਲ ਰੈਫਰੀਜਰੇਟਿੰਗ ਚੈਂਬਰ ਦੇ ਵਿੱਚ ਐਂਟਰ ਕਰੂਗਾ ਔਰ ਉਸ ਪਰਟੀਕੂਲਰ ਏਰੀਆ ਦੀ ਹੀਟ ਨੂੰ ਐਕਸਟ੍ਰੈਕਟ ਕਰਕੇ ਆਪਣੇ ਨਾਲ ਲੈ ਕੇ ਅੱਗੇ ਚਲਾ ਜਾਊਗਾ, ਜਿਸ ਕਰਕੇ ਪਿਛਲੀ ਕੰਡੀਸ਼ਨਸ ਦੇ ਨਾਲੋਂ ਇਸ ਜਗ੍ਹਾ ਤੇ ਆਊਟਪੁੱਟ ਤੇ ਪ੍ਰੈਸ਼ਰ ਦੇ ਵਿੱਚ ਕੋਈ ਚੇਂਜ ਨਹੀਂ ਆਊਗਾ। P2 ਪ੍ਰੈਸ਼ਰ P3 ਪ੍ਰੈਸ਼ਰ ਦੇ ਬਰਾਬਰ ਹੋਊਗਾ ਔਰ ਜੋ ਵੋਲਿਊਮ ਸਾਡੇ ਕੋਲ ਹੋਊਗਾ ਉਹ ਹਲਕਾ ਜਿਹਾ ਫਿਰ ਇਨਕਰੀਜ਼ ਕਰੂਗਾ ਔਰ ਟੈਂਪਰੇਚਰ ਵੀ ਪਿਛਲੀ ਕੰਡੀਸ਼ਨਸ ਦੇ ਨਾਲੋਂ ਇਨਕਰੀਜ਼ ਕਰੂਗਾ। ਹੁਣ ਟੈਂਪਰੇਚਰ ਦਾ ਇਨਕਰੀਜ਼ ਕਰਨਾ ਸਾਨੂੰ ਸਮਝ ਆਉਂਦਾ ਕਿਉਂਕਿ ਇਸ ਜਗ੍ਹਾ ਦੀ ਪਰਟੀਕੂਲਰ ਹੀਟ ਨੂੰ ਐਕਸਟ੍ਰੈਕਟ ਕਰਕੇ ਆਪਣੇ ਨਾਲ ਲੈ ਗਿਆ ਤਾਂ ਟੈਂਪਰੇਚਰ ਰਾਈਜ਼ ਹੋ ਗਿਆ। ਹੁਣ ਵੋਲਿਊਮ ਕਿਵੇਂ ਇਨਕਰੀਜ਼ ਕਰੂਗਾ ਕਿ ਜਿਵੇਂ ਹੀ ਅਸੀਂ ਦੇਖਿਆ ਸੀ ਕਿ ਕਿਸੇ ਵੀ ਸਬਸਟੈਂਸ ਨੂੰ, ਹੁਣ ਇੱਥੇ ਗੱਲ ਕਰ ਰਹੇ ਹਾਂ 에ਅਰ ਦੀ, ਤਾਂ 에ਅਰ ਦੀ ਗੱਲ ਕਰਦੇ ਹਾਂ ਕਿ ਜਿਵੇਂ ਹੀ 에ਅਰ ਨੂੰ ਅਸੀਂ ਗਰਮ ਕੀਤਾ ਤਾਂ ਉਸ ਦੀ ਡੈਂਸਿਟੀ ਘਟ ਗਈ। ਜਿਵੇਂ ਹੀ ਡੈਂਸਿਟੀ ਘਟੀ ਤਾਂ ਉਹ ਫੈਲਣਾ ਸਟਾਰਟ ਕਰ ਗਈ, ਉਸ ਦਾ ਵੋਲਿਊਮ ਵਧਣਾ ਸਟਾਰਟ ਕਰ ਗਿਆ। ਸੋ ਇਸੇ ਤਰੀਕੇ ਦੇ ਨਾਲ ਹੀ ਸਾਈਕਲ ਬਾਈ ਸਾਈਕਲ ਇਸ ਦੀ ਜੋ ਵਰਕਿੰਗ ਹੈ ਉਹ ਚੱਲਦੀ ਰਹੂਗੀ ਔਰ ਹਰ ਸਾਈਕਲ ਦੇ ਵਿੱਚ ਇਸ ਜਗ੍ਹਾ ਤੋਂ ਸੈਂਸੀਬਲ ਹੀਟ ਨੂੰ ਸਿਸਟਮ 'ਚੋਂ ਬਾਹਰ ਕੱਢ ਦਿੱਤਾ ਜਾਊਗਾ, ਰਿਜੈਕਟ ਕਰ ਦਿੱਤਾ ਜਾਊਗਾ ਔਰ ਇਸ ਜਗ੍ਹਾ 'ਤੇ ਰੈਫਰੀਜਰੇਟਿੰਗ ਚੈਂਬਰ 'ਤੇ ਸੈਂਸੀਬਲ ਹੀਟ ਨੂੰ ਐਕਸਟ੍ਰੈਕਟ ਕਰ ਲਿਆ ਜਾਊਗਾ ਔਰ ਇਸੇ ਤਰ੍ਹਾਂ ਹੀ ਸਾਡਾ ਕੰਟੀਨਿਊਸ਼ਨ ਫਾਰਮ ਚੱਲਦਾ ਰਹੂਗਾ। ਬੈਲ ਕੋਲਮਨ ਸਾਈਕਲ ਦੀ ਵਰਕਿੰਗ ਦੇ ਦੌਰਾਨ ਅਸੀਂ ਦੇਖਿਆ ਕਿ ਜਿਵੇਂ ਹੀ ਰੈਫਰੀਜਰੈਂਟ ਇੱਕ ਕੰਪੋਨੈਂਟ ਤੋਂ ਦੂਸਰੇ ਕੰਪੋਨੈਂਟ ਜਾ ਰਿਹਾ ਤਾਂ ਉਹਦੇ ਪ੍ਰੋਸੈਸ ਚੇਂਜ ਦੇ ਦੌਰਾਨ ਉਹਦੀਆਂ ਜੋ ਫਿਜ਼ੀਕਲ ਪ੍ਰੋਪਰਟੀਜ਼ ਸੀਗੀ ਉਹਦੇ ਵਿੱਚ ਕੁਝ ਚੇਂਜਸ ਆ ਰਹੇ ਨੇ, ਜਿਹਦੇ ਵਿੱਚ ਟੈਂਪਰੇਚਰ, ਵੋਲਿਊਮ, ਪ੍ਰੈਸ਼ਰ ਇਹ ਟਾਈਮ ਟੂ ਟਾਈਮ ਚੇਂਜ ਕਰ ਰਹੇ ਆ ਪ੍ਰੋਸੈਸ ਟੂ ਪ੍ਰੋਸੈਸ। ਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਦੋ ਗ੍ਰਾਫਸ ਜਿਹਦੇ ਵਿੱਚ ਅਸੀਂ ਪਲਾਟ ਕੀਤਾ ਹੋਇਆ ਪ੍ਰੈਸ਼ਰ ਵੋਲਿਊਮ ਚਾਰਟ, ਟੈਂਪਰੇਚਰ ਐਂਟਰੋਪੀ ਚਾਰਟ ਕਿ ਇੱਕ ਪ੍ਰੋਸੈਸ ਤੋਂ ਦੂਸਰੇ ਪ੍ਰੋਸੈਸ ਜਾਣ ਦੇ ਦੌਰਾਨ ਇਹਨਾਂ ਦੇ ਵਿੱਚ ਚੇਂਜਸ ਕਿਸ ਤਰੀਕੇ ਦੇ ਨਾਲ ਆ ਰਹੇ ਆ, ਉਹਨਾਂ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਹੋਇਆ ਇਸ ਦੀ ਵਰਕਿੰਗ ਨੂੰ ਹੀ। ਸੋ ਆਓ 1 ਬਾਏ 1 ਹੁਣ ਡਿਸਕਸ ਕਰਾਂਗੇ ਇਹਨਾਂ ਦੇ ਚਾਰਟਸ ਨੂੰ। ਤਾਂ ਸਭ ਤੋਂ ਪਹਿਲਾਂ ਹੁਣ ਡਿਸਕਸ ਕਰਨ ਦੇ ਲਈ ਮੈਂ ਲੈ ਕੇ ਚੱਲਦਾ ਪ੍ਰੋਸੈਸ ਆਫ ਕੰਪਰੈਸ਼ਨ ਕਿ ਜੋ ਸਾਡਾ ਕੰਪਰੈਸ਼ਨ ਦਾ ਪ੍ਰੋਸੈਸ ਹੈ ਉਹ ਸਾਡੇ ਕੋਲ 3 to 4 ਹੋ ਰਿਹਾ ਸੀ। ਜਿਵੇਂ ਕਿ ਅਸੀਂ ਇਹਦੀ ਵਰਕਿੰਗ ਦੇ ਦੌਰਾਨ ਇਹਦੇ ਬਲੌਕ ਡਾਇਗਰਾਮ ਦੇ ਵਿੱਚ ਦੇਖਿਆ ਕਿ ਸਾਡੇ ਕੋਲ ਜੋ 3 ਤੋਂ 4 ਦਾ ਪ੍ਰੋਸੈਸ ਹੈ ਉਹ ਕੰਪਰੈਸ਼ਨ ਦਾ ਪ੍ਰੋਸੈਸ ਹੈ ਔਰ ਇਸੇ ਹੀ ਪ੍ਰੋਸੈਸ ਦੇ ਦੌਰਾਨ ਸਾਡੇ ਕੋਲ ਸਿਸਟਮ ਦੇ ਵਿੱਚ ਬਾਹਰੋਂ ਕੋਈ ਹੀਟ ਨਹੀਂ ਦਿੱਤੀ ਜਾ ਰਹੀ ਤਾਂ ਨਾ ਹੀ ਸਿਸਟਮ ਦੇ ਵਿੱਚੋਂ ਬਾਹਰ ਹੀਟ ਦਿੱਤੀ ਜਾ ਰਹੀ ਹੈ। ਸੋ ਇਸ ਜਗ੍ਹਾ 'ਤੇ ਜੋ ਪ੍ਰੋਸੈਸ ਹੋ ਰਿਹਾ ਉਹ ਸਾਡੇ ਕੋਲ ਆਈਸੈਂਟ੍ਰੋਪਿਕ ਪ੍ਰੋਸੈਸ ਹੈ ਔਰ ਇਸੇ ਹੀ ਆਈਸੈਂਟ੍ਰੋਪਿਕ ਪ੍ਰੋਸੈਸ ਨੂੰ ਅਸੀਂ ਗ੍ਰਾਫ ਦੇ ਉੱਤੇ ਕਿਸ ਤਰੀਕੇ ਦੇ ਨਾਲ ਸ਼ੋ ਕੀਤਾ ਵਿਦ ਦ ਸਟ੍ਰੇਟ ਲਾਈਨ ਔਨ ਟੈਂਪਰੇਚਰ ਐਂਟਰੋਪੀ ਚਾਰਟ ਐਂਡ ਇਸ ਜਗ੍ਹਾ 'ਤੇ 3 to 4 ਜੋ ਪ੍ਰੋਸੈਸ ਹੈ ਉਹ ਅਸੀਂ ਕਰਵ ਦੇ ਰੂਪ ਦੇ ਵਿੱਚ ਸ਼ੋ ਕੀਤੀ ਹੋਈ ਹੈ। ਹੁਣ ਇਸ ਤੋਂ ਅਸੀਂ ਦੇਖ ਪਾ ਰਹੇ ਹਾਂ ਕਿ ਜੋ ਕੰਪਰੈਸ਼ਨ ਹੈ ਇਸ ਦੇ ਦੌਰਾਨ ਸਾਡਾ ਪ੍ਰੈਸ਼ਰ ਜੋ ਹੈ ਉਹ ਇਨਕਰੀਜ਼ ਹੋ ਰਿਹਾ ਫਰੋਮ ਪ੍ਰੈਸ਼ਰ P3 to P4। ਪ੍ਰੈਸ਼ਰ ਇਨਕਰੀਜ਼ ਕਰ ਗਿਆ। ਵੋਲਿਊਮ ਦੇ ਵਿੱਚ ਕੀ ਚੇਂਜ ਆਇਆ ਕਿ ਵੋਲਿਊਮ ਸਾਡਾ ਡਿਕਰੀਜ਼ ਕਰ ਗਿਆ ਫਰੋਮ V3 to V4। ਵੋਲਿਊਮ ਘਟਿਆ, ਪ੍ਰੈਸ਼ਰ ਵਧਿਆ ਔਰ ਦੂਸਰੀ ਸਾਈਡ ਤੇ ਅਸੀਂ ਦੇਖਦੇ ਹਾਂ ਕਿ ਐਂਟਰੋਪੀ ਸਿਸਟਮ ਦੀ ਸਾਡੀ ਕਾਂਸਟੈਂਟ ਹੈ 3 to 4 ਪ੍ਰੋਸੈਸ ਦੇ ਦੌਰਾਨ, ਪਰ ਟੈਂਪਰੇਚਰ ਸਾਡਾ ਰਾਈਜ਼ ਕਰ ਰਿਹਾ ਫਰੋਮ 3 to 4। ਨੈਕਸਟ ਸਾਡਾ ਪ੍ਰੋਸੈਸ ਆ ਰਿਹਾ ਕੂਲਰ ਦਾ। ਸੋ ਕੂਲਰ ਦੇ ਪ੍ਰੋਸੈਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਜਗ੍ਹਾ 'ਤੇ ਸਾਡੀ ਸੈਂਸੀਬਲ ਹੀਟ ਰਿਮੂਵ ਹੋ ਰਹੀ ਹੈ ਔਰ ਰਿਮੂਵਲ ਦੇ ਦੌਰਾਨ ਸਾਡਾ ਜੋ ਟੈਂਪਰੇਚਰ ਹੋਏਗਾ ਉਹ ਘਟੇਗਾ, ਵੋਲਿਊਮ ਘਟੇਗਾ ਔਰ ਪ੍ਰੈਸ਼ਰ ਸਾਡਾ ਕਾਂਸਟੈਂਟ ਰਹੇਗਾ। ਸੋ ਅਸੀਂ ਦੇਖ ਪਾ ਰਹੇ ਹਾਂ ਕਿ ਸਾਹਮਣੇ ਸਾਡੇ ਕੋਲ ਪ੍ਰੈਸ਼ਰ ਵੋਲਿਊਮ ਚਾਰਟ ਦੇ ਵਿੱਚ ਪ੍ਰੈਸ਼ਰ 4 to 1 ਇਹ ਸਾਡੇ ਕੋਲ ਹੀਟ ਰਿਜੈਕਸ਼ਨ ਦਾ ਜੋ ਪ੍ਰੋਸੈਸ ਹੈ ਪ੍ਰੈਸ਼ਰ ਸਾਡਾ ਕਾਂਸਟੈਂਟ ਹੈ ਔਰ ਦੂਸਰੀ ਸਾਈਡ ਤੇ ਅਸੀਂ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਜੋ ਟੈਂਪਰੇਚਰ ਹੈ ਉਹ 4 to 1 ਡਿਕਰੀਜ਼ ਕਰ ਰਿਹਾ ਔਰ ਨਾਲ ਹੀ ਸਾਡੀ ਜੋ ਐਂਟਰੋਪੀ ਹੈ ਉਹ ਸਾਡੇ ਕੋਲ 4 to 1 ਡਿਕਰੀਜ਼ ਕਰ ਰਹੀ ਹੈ ਫਰੋਮ S4 to S1 ਔਰ ਇਹ ਜੋ ਪ੍ਰੋਸੈਸ ਹੈ ਸਾਡਾ ਕਾਂਸਟੈਂਟ ਪ੍ਰੈਸ਼ਰ ਲਾਈਨ ਦੇ ਉੱਤੇ ਸ਼ੋ ਕੀਤਾ ਹੋਇਆ। ਨੈਕਸਟ ਅਸੀਂ ਗੱਲ ਕਰਦੇ ਹਾਂ ਐਕਸਪੈਂਸ਼ਨ ਦਾ ਪ੍ਰੋਸੈਸ। ਐਕਸਪੈਂਸ਼ਨ ਦਾ ਪ੍ਰੋਸੈਸ ਅਗੇਨ ਸਾਡੇ ਕੋਲ ਆਈਸੈਂਟ੍ਰੋਪਿਕ ਪ੍ਰੋਸੈਸ ਹੋਏਗਾ ਕਿ ਇਸ ਪ੍ਰੋਸੈਸ ਦੇ ਦੌਰਾਨ ਨਾ ਤਾਂ ਸਿਸਟਮ 'ਚੋਂ ਹੀਟ ਬਾਹਰ ਅਸੀਂ ਰਿਜੈਕਟ ਕਰ ਰਹੇ ਹਾਂ ਨਾ ਹੀ ਸਿਸਟਮ ਦੇ ਵਿੱਚ ਦੇ ਰਹੇ ਹਾਂ। ਸੋ ਐਂਟਰੋਪੀ ਸਾਡੀ ਕਾਂਸਟੈਂਟ ਹੋਏਗੀ। ਸੋ ਇਸ ਜਗ੍ਹਾ 'ਤੇ
1 to 2 ਦਾ ਜੋ ਪ੍ਰੋਸੈਸ ਹੈ ਐਂਟਰੋਪੀ ਅਸੀਂ ਕੌਨਸਟੈਂਟ ਸ਼ੋ ਕੀਤੀ ਹੋਈ ਹੈ, ਬਟ ਟੈਂਪਰੇਚਰ ਸਾਡਾ ਡਾਊਨ ਜਾ ਰਿਹਾ ਫਰੋਮ T1 to T2। ਔਰ ਦੂਸਰੀ ਸਾਈਡ ਦੇ ਉੱਤੇ ਇਸੇ ਪ੍ਰੋਸੈਸ ਦੇ ਦੌਰਾਨ ਜਿਵੇਂ ਹੀ ਐਕਸਪੈਂਸ਼ਨ ਹੋਈ ਪ੍ਰੈਸ਼ਰ ਸਾਡਾ ਰਿਡਿਊਸ ਕਰ ਗਿਆ ਔਰ ਵੋਲਿਊਮ ਸਾਡਾ ਇਨਕਰੀਜ਼ ਕਰ ਗਿਆ ਫਰੋਮ V1 to V2। ਨੈਕਸਟ ਪ੍ਰੋਸੈਸ ਆ ਰਿਹਾ ਸਾਡਾ 2 to 3। 2 to 3 ਪ੍ਰੋਸੈਸ ਦੇ ਵਿੱਚ ਸਾਡੇ ਕੋਲ ਕੀ ਹੋ ਰਿਹਾ ਜੀ, ਰੈਫਰੀਜਰੇਟਿੰਗ ਚੈਂਬਰ ਦੇ ਅੰਦਰ ਹੀਟ ਦਾ ਐਕਸਟ੍ਰੈਕਸ਼ਨ ਹੋ ਰਿਹਾ। ਹੁਣ ਜੋ ਹੀਟ ਦਾ ਐਕਸਟ੍ਰੈਕਸ਼ਨ ਹੈ ਇਹ ਕੌਨਸਟੈਂਟ ਪ੍ਰੈਸ਼ਰ ਤੇ ਹੋ ਰਿਹਾ। ਹੁਣ ਕੌਨਸਟੈਂਟ ਪ੍ਰੈਸ਼ਰ ਦਾ ਪ੍ਰੋਸੈਸ ਅਸੀਂ ਕਿਵੇਂ ਸ਼ੋ ਕੀਤਾ, ਫਰੋਮ 2 to 3 ਦਾ ਪ੍ਰੋਸੈਸ। ਔਰ 2 to 3 ਦਾ ਪ੍ਰੋਸੈਸ ਇਸ ਜਗ੍ਹਾ ਤੇ ਕੌਨਸਟੈਂਟ ਪ੍ਰੈਸ਼ਰ ਆ ਗਿਆ, ਵੋਲਿਊਮ ਸਾਡਾ ਇਨਕਰੀਜ਼ ਕੀਤਾ, ਬਟ ਦੂਸਰੀ ਸਾਈਡ ਤੇ ਅਸੀਂ ਨਾਲ ਹੀ ਦੇਖ ਰਹੇ ਹਾਂ ਕਿ ਸਾਡਾ ਟੈਂਪਰੇਚਰ ਜੋ ਹੈ ਉਹ ਇਨਕਰੀਜ਼ ਕਰ ਰਿਹਾ। ਇਸ ਜਗ੍ਹਾ ਤੇ ਸਾਡਾ ਵੋਲਿਊਮ ਇਨਕਰੀਜ਼ ਕੀਤਾ, ਇੱਧਰ ਟੈਂਪਰੇਚਰ ਇਨਕਰੀਜ਼ ਕੀਤਾ, ਔਰ ਨਾਲ ਹੀ ਇਹਦੀ ਜੋ ਐਂਟਰੋਪੀ ਸੀ 2 to 3 ਦੀ ਪ੍ਰੋਸੈਸ ਦੀ ਇਹ ਵੀ ਇਨਕਰੀਜ਼ ਕਰ ਰਹੀ ਹੈ। ਸੋ ਇਸ ਦੇ ਨਾਲ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੇ ਗ੍ਰਾਫਸ ਨੇ ਇਹ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਕਿ ਵਰਕਿੰਗ ਦੇ ਬਿਹਾਫ ਤੇ ਅਸੀਂ ਗ੍ਰਾਫਸ ਕਿਵੇਂ ਪਲਾਟ ਕਰੀਦੇ ਨੇ। ਬੈਲ ਕੋਲਮਨ ਸਾਈਕਲ ਦੀ ਵਰਕਿੰਗ ਨੂੰ ਥਿਓਰੈਟੀਕਲੀ ਅਸੀਂ ਕਿਸ ਤਰ੍ਹਾਂ ਲਿਖਣਾ ਹੈ ਉਸ ਨੂੰ ਇੱਕ ਹਲਕੀ ਜਿਹੀ ਨਜ਼ਰ ਦੇ ਵਿੱਚ ਦੇਖਦੇ ਹਾਂ। ਤੁਸੀਂ ਸਾਹਮਣੇ ਸਕਰੀਨ ਤੇ ਦੇਖ ਪਾ ਰਹੇ ਹੋ। ਫਸਟ ਨੰਬਰ ਤੇ ਜੋ ਪ੍ਰੋਸੈਸ ਸੀ ਉਹ ਅਸੀਂ ਪਹਿਲਾਂ ਡਿਸਕਸ ਕੀਤਾ ਸੀਗਾ, ਵੀਡੀਓ 'ਚ ਦੇਖ ਵੀ ਚੁੱਕੇ ਹੋਵਾਂਗੇ ਇਹਦੀ ਵਰਕਿੰਗ ਦੇ ਦੌਰਾਨ। ਸੈਕਿੰਡ ਪ੍ਰੋਸੈਸ ਨੂੰ ਅਸੀਂ ਕੁਝ ਇਸ ਤਰੀਕੇ ਨਾਲ ਕਰਾਂਗੇ ਕਿ ਜੋ ਪ੍ਰੋਸੈਸ 2 to 3 ਹੈ ਉਸ ਦੇ ਵਿੱਚ ਸਾਨੂੰ ਪਤਾ ਕੀ ਚੀਜ਼ ਹੋ ਰਹੀ ਹੈ, ਰੈਫਰੀਜਰੇਟਿੰਗ ਚੈਂਬਰ ਦਾ ਪ੍ਰੋਸੈਸ ਹੈ ਜਿੱਥੇ ਹੀਟ ਐਕਸਟ੍ਰੈਕਸ਼ਨ ਹੋ ਰਹੀ ਹੈ। ਸਾਡਾ ਜੋ ਟੈਂਪਰੇਚਰ ਹੈ ਉਹ ਇਨਕਰੀਜ਼ ਕਰ ਰਿਹਾ, ਵੋਲਿਊਮ ਇਨਕਰੀਜ਼ ਕਰ ਰਿਹਾ, ਪ੍ਰੈਸ਼ਰ ਡਿਕਰੀਜ਼ ਕਰ ਰਿਹਾ। ਥਰਡ ਜੋ ਪ੍ਰੋਸੈਸ ਹੈ ਸਾਡੇ ਕੋਲ ਉਹ ਹੈ ਪ੍ਰੋਸੈਸ 3 to 4 ਜਿਹਦੇ ਅੰਦਰ ਸਾਡੇ ਕੋਲ ਕੰਪਰੈਸ਼ਨ ਦਾ ਪ੍ਰੋਸੈਸ ਹੈ। ਕੰਪਰੈਸ਼ਨ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਸਾਡਾ ਜੋ ਵੋਲਿਊਮ ਹੈ ਉਹ ਡਿਕਰੀਜ਼ ਹੋ ਜਾਏਗਾ, ਟੈਂਪਰੇਚਰ ਇਨਕਰੀਜ਼ ਹੋ ਜਾਏਗਾ, ਪ੍ਰੈਸ਼ਰ ਸਾਡਾ ਇਨਕਰੀਜ਼ ਹੋ ਜਾਏਗਾ। ਨੈਕਸਟ ਪ੍ਰੋਸੈਸ ਆ ਜਾਂਦਾ ਸਾਡੇ ਕੋਲ ਫੋਰਥ, ਜਿਹਦੇ ਵਿੱਚ ਅਸੀਂ 4 to 1 ਕੂਲਰ ਦਾ ਪ੍ਰੋਸੈਸ ਸ਼ੋ ਕੀਤਾ ਜਿੱਥੇ ਹੀਟ ਰਿਜੈਕਸ਼ਨ ਦੀ ਗੱਲ ਕੀਤੀ ਹੈ। ਔਰ ਹੀਟ ਰਿਜੈਕਸ਼ਨ ਦੇ ਦੌਰਾਨ ਸਾਨੂੰ ਪਤਾ ਹੈ ਕਿ ਜੋ ਟੈਂਪਰੇਚਰ ਹੈ ਉਹ ਘਟ ਜਾਏਗਾ, ਵੋਲਿਊਮ ਘਟ ਜਾਏਗਾ, ਪ੍ਰੈਸ਼ਰ ਸਾਡਾ ਕਾਂਸਟੈਂਟ ਰਹੇਗਾ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਅਸੀਂ। ਨੈਕਸਟ ਨਾਲ ਹੀ ਗੱਲ ਕਰਦੇ ਹਾਂ, ਇੱਕ ਨੋਟ ਬਣਾ ਕੇ ਇਹਨੇ ਨੀਚੇ ਦਿੱਤਾ ਹੋਇਆ, ਕਹਿੰਦਾ ਜੀ ਹੀਟ ਰਿਜੈਕਟਡ ਐਟ ਦਾ ਕੂਲਰ ਡਿਊਰਿੰਗ ਦਾ ਪ੍ਰੋਸੈਸ 4 to 1 ਵਿਲ ਬੀ ਇਕੁਅਲ ਟੂ ਦਾ ਸਮ of heat abstracted from the refrigerating space during the process 2 to 3 and work done during the compression through the process 3 to 4। ਕਿ ਜਿੰਨੀ ਅਸੀਂ ਹੀਟ ਰਿਜੈਕਟ ਕਰਾਂਗੇ ਕੂਲਰ ਦੇ ਉੱਤੇ ਉਹ ਕਿਹਦੇ ਇਕੁਅਲ ਹੋਏਗੀ, ਜਿੰਨੀ ਹੀਟ ਅਸੀਂ ਅਬਜ਼ੌਰਬ ਕੀਤੀ ਹੈ, ਐਬਸਟਰੈਕਟ ਕੀਤੀ ਹੈ ਰੈਫਰੀਜਰੇਟਿੰਗ ਚੈਂਬਰ ਦੇ ਵਿੱਚੋਂ, ਔਰ ਪਲੱਸ ਜਿੰਨਾ ਅਸੀਂ ਵਰਕ ਡਨ ਕੀਤਾ ਹੈ ਕੰਪਰੈਸ਼ਨ ਦੇ ਥਰੂ। ਔਰ ਸਾਨੂੰ ਪਤਾ ਜਿਵੇਂ ਕਿ ਕੰਪਰੈਸ਼ਨ ਕਰਦੇ ਦੌਰਾਨ ਵੀ ਟੈਂਪਰੇਚਰ ਵੱਧਦਾ ਹੈ ਔਰ ਰੈਫਰੀਜਰੇਟਿੰਗ ਸਪੇਸ ਦੇ ਵਿੱਚ ਵੀ ਟੈਂਪਰੇਚਰ ਵੱਧਦਾ ਹੈ, ਔਰ ਜਿੰਨਾ ਉਹ ਟੈਂਪਰੇਚਰ ਵਧਿਆ ਦੋਨਾਂ ਜਗ੍ਹਾ ਦੇ ਉੱਤੇ ਉਸਨਾਂ ਦਾ ਸਮ ਹੀ ਅਸੀਂ ਰਿਜੈਕਟ ਕਰਾਂਗੇ ਕੂਲਰ ਦੇ ਉੱਤੇ। ਨੈਕਸਟ ਜੋ ਅਸੀਂ ਟੌਪਿਕ ਡਿਸਕਸ ਕਰਨੇ ਨੇ ਉਹਦੇ ਵਿੱਚ ਗੱਲ ਕਰਾਂਗੇ ਇਸ ਦੀ COP ਦੇ ਬਾਰੇ ਕਿ ਇਹਦੀ ਜੋ COP ਹੈ ਉਹ ਅਸੀਂ ਕਿਸ ਤਰੀਕੇ ਦੇ ਨਾਲ ਕੈਲਕੂਲੇਟ ਕਰਨੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ COP ਕੈਲਕੂਲੇਟ ਕਰਨ ਦਾ ਜੋ ਫਾਰਮੂਲਾ ਹੁੰਦਾ ਉਹ ਸਾਡੇ ਕੋਲ ਉਹ ਕੁਝ ਇਸ ਤਰੀਕੇ ਦਾ ਹੁੰਦਾ, ਨੈਟ ਰੈਫਰੀਜਰੇਟਿੰਗ ਇਫੈਕਟ ਓਵਰ ਵਰਕ ਡਨ। ਹੁਣ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਜੋ ਨੈਟ ਰੈਫਰੀਜਰੇਟਿੰਗ ਇਫੈਕਟ ਪੈਦਾ ਹੋ ਰਿਹਾ ਉਹ ਹੈ ਹੀਟ ਐਕਸਟ੍ਰੈਕਟਿਡ ਫਰੋਮ ਰੈਫਰੀਜਰੇਟਿੰਗ ਸਪੇਸ, ਕਿ ਜੋ ਰੈਫਰੀਜਰੇਟਿੰਗ ਸਪੇਸ ਹੈ ਉੱਥੋਂ ਅਸੀਂ ਕਿੰਨੀ ਹੀਟ ਨੂੰ ਐਬਸਟਰੈਕਟ ਕੀਤਾ ਔਰ ਜਾਂ ਨੂੰ ਕਹਿ ਸਕਦੇ ਹਾਂ ਕਿ ਕੂਲਿੰਗ ਇਫੈਕਟ ਉੱਥੇ ਕਿੰਨਾ ਜਨਰੇਟ ਕੀਤਾ, ਡਿਵਾਈਡਡ ਬਾਏ ਵਰਕ ਡਨ ਬਾਏ ਦਾ ਕੰਪਰੈਸਰ। ਸੋ ਇਸ ਜਗ੍ਹਾ ਤੇ ਹੁਣ ਅਸੀਂ ਇਹਨਾਂ ਦੋਨਾਂ ਦੀ ਵੈਲਿਊ ਕੈਲਕੂਲੇਟ ਕਰਨੀ ਆ, ਔਰ ਜੋ ਅਸੀਂ ਵੈਲਿਊਜ਼ ਕੈਲਕੂਲੇਟ ਕਰਾਂਗੇ ਕਿ ਕਿੰਨੀ ਹੀਟ ਅਸੀਂ ਐਕਸਟ੍ਰੈਕਟ ਕੀਤੀ ਹੈ ਰੈਫਰੀਜਰੇਟਿੰਗ ਸਪੇਸ ਦੇ ਵਿੱਚੋਂ ਔਰ ਕਿੰਨਾ ਅਸੀਂ ਵਰਕ ਡਨ ਕੀਤਾ, ਇਹਨਾਂ ਨੂੰ ਇਨ ਟਰਮਸ ਆਫ ਸੈਂਸੀਬਲ ਹੀਟ ਅਸੀਂ ਕਾਊਂਟ ਕਰਾਂਗੇ। ਸੋ ਜੋ ਸਾਡੀ ਸੈਂਸੀਬਲ ਹੀਟ ਹੈ ਉਹ ਅਸੀਂ ਦੇਖਦੇ ਹਾਂ ਕਿ ਸਿੱਧੀ ਅਸੀਂ ਰਿਪਰੈਜ਼ੈਂਟ ਨਹੀਂ ਕਰ ਸਕਦੇ, ਕੈਲਕੂਲੇਸ਼ਨ ਪਰਪਸਿਸ ਵਾਸਤੇ ਨਹੀਂ ਯੂਜ਼ ਕਰ ਸਕਦੇ, ਸੋ ਉਹਨੂੰ ਅਸੀਂ ਲਵਾਂਗੇ ਸਪੈਸੀਫਿਕ ਹੀਟ ਦੇ ਫਾਰਮ ਦੇ ਵਿੱਚ। ਸੋ ਸਭ ਤੋਂ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਅਸੀਂ ਇੱਥੇ ਕੁਝ ਲਿਖਿਆ ਹੈ ਕਿ ਹੀਟ ਐਕਸਟ੍ਰੈਕਟਿਡ ਫਰੋਮ ਦਾ ਰੈਫਰੀਜਰੇਟਿੰਗ ਚੈਂਬਰ, ਕਿ ਰੈਫਰੀਜਰੇਟਿੰਗ ਚੈਂਬਰ ਦੇ ਵਿੱਚੋਂ ਅਸੀਂ ਹੀਟ ਕਿੰਨੀ ਐਕਸਟ੍ਰੈਕਟ ਕੀਤੀ ਹੈ, ਔਰ ਇੱਥੇ ਲਿਖਿਆ ਅਸੀਂ CP into T3 - T2 per kg of air, ਕਿ ਜਿੰਨੀ ਉਸ ਜਗ੍ਹਾ ਤੇ ਹੀਟ ਅਸੀਂ ਐਕਸਟ੍ਰੈਕਟ ਕੀਤੀ ਉਹ ਸਾਡੇ ਕੋਲ ਉਸ ਦੇ ਟੈਂਪਰੇਚਰ ਦੇ ਡਿਫਰੈਂਸ ਇਨਟੂ ਸਪੈਸੀਫਿਕ ਹੀਟ ਐਟ ਕੌਨਸਟੈਂਟ ਪ੍ਰੈਸ਼ਰ ਇਨਟੂ ਮਾਸ ਉਹਦੇ ਇਕੁਅਲ ਹੋਏਗੀ। ਹੁਣ ਤੁਸੀਂ ਇੱਥੇ ਦੇਖਦੇ ਹੋਵੋਗੇ ਕਿ ਅਸੀਂ ਮਾਸ ਕਿਉਂ ਨਹੀਂ ਡਿਨੋਟ ਕੀਤਾ,
क्योंकि इस जगह ते पूरे प्रोसैस के अंदर जो मास ऑफ द रैफ्रिजरेंट असी लिया वो कॉन्सटेंट लिया, सो इस करके मास असी इत्थे नहीं लिखिया। सो जो पूरी कैलकुलेशन करांगे तो मास एंड दे विच जाके साडे कोल कैंसल आउट ही हो जाना, सो उस करके असी नहीं लिया। नैक्सट है असी लेना वर्क डन, और वर्क डन सानू पता किस तरीके नाल असी कैलकुलेट कर सकते हैं, जिवें कि हुणी असी पहलां गल भी कीती सी कि जिन्नी हीट असी रिजैक्ट करांगे कूलर दे उत्ते वो साडे कोल होऊगी हीट एक्सट्रैक्टिड, कि किन्नी हीट असी एक्सट्रैक्ट कीती है रैफ्रिजरेटिंग चैंबर ते प्लस वर्क डन बाय द कंप्रैसर, ये दे इक्वल होएगा। और इसे ही फॉर्मूले तो असी वर्क डन कैलकुलेट कर लांगे, तो वर्क डन साडे कोल आ जाएगा हीट रिजैक्टिड माइनस हीट एक्सट्रैक्टिड। हुण हीट रिजैक्टिड असी देखांगे कि किन्नी आऊगी साडे कोल। हीट रिजैक्टिड दा फॉर्मूला साडा कुछ इस तरीके दा बनेगा, कूलर दे उत्ते CP इंटू T4 माइनस T1 पर kg ऑफ एयर। सो दोनों फार्मूलाज नूं इन्हां नूं यूज़ करांगे इस फार्मूले दे अंदर, कुछ साडे कोल इक्वेशन फाइनल इस तरीके दी बन जाएगी, वर्क डन इज इक्वल्स टू CP इंटू T4 माइनस T1 ब्रैकेट क्लोज माइनस T3 माइनस T2 ब्रैकेट क्लोज। सो हुण COP कैलकुलेट करन दे वास्ते जो इस असीं दो इक्वेशनस बनाईआं, जिहदे विच असीं कढिआ पहलां हीट एक्सट्रैक्टिड जो कि साडी उपर पई है फस्ट वन, और वर्क डन जो कि साडा नीचे हुणी असी कैलकुलेट किया। इन्हां दोनों नूं असी डिवाइड करांगे और देखांगे साडे कोल फाइनल आंसर की आ रहा। नैक्सट असी दोनों इक्वेशनस नूं COP दे फॉर्मूले दे विच पुट कीता, तो साडे कोल कुछ इक्वेशन इस तरीके की बन गई, सामने स्क्रीन ते देख पा रहे हो। इहदे विचों असी CP कैंसल आउट करते, जो बाकी मेरे को बचिया COP इज इक्वल्स टू T3 माइनस T2 अपॉन T4 माइनस T1 ब्रैकेट क्लोज माइनस T3 माइनस T2, और इस पूरी इक्वेशन नूं असीं कहता इक्वेशन नंबर 1। और इस इक्वेशन नूं थोड़ा सिंपलीफाई करन दे लई इन टर्म्स ऑफ T1 ते T2 लैके आउण दे लई असीं कुछ फर्दर अगे काम करांगे। जिवें कि असीं जाणदे हां कि जो साडे कोल इस पूरे प्रोसैस दे विच एक्सपेंशन दा प्रोसैस है या कंप्रैशन दा प्रोसैस है, दोनों ही सेम ने, और द रेशो ऑफ अपर एंड लोअर लिमिट ऑफ द प्रैशर आर सेम, और दोनों की प्रैशर जो लिमिट्स है वो भी साडे कोल सेम है। तो उत्थों साडे कोल कुछ जो इक्वेशन आई वो इस तरीके की आ गई। असीं जिवें जानते हैं कि आइसेंट्रोपिक दे दोनों प्रोसैसिस ने, तो आइसेंट्रोपिक प्रोसैसिस होने करके इत्थे आइसेंट्रोपिक इंडेक्स का असीं यूज़ किया P1 बाय P2 रेस टू द पावर गामा माइनस 1 अपॉन गामा इज इक्वल्स टू P4 बाय P3 रेस टू द पावर गामा माइनस 1 अपॉन गामा। सो ये दोनों इक्वेशनस हुण कित्थों आईआं, जिवें कि असीं उपर हुणी गल कीती कि जो इन्हां दी रेशो होएगी वो साडी सेम होएगी, एक्सपेंशन टू द कंप्रैशन जो साडी रेशो है, और आइसेंट्रोपिक कंप्रैशन होने करके साडे कोल उसका फॉर्मूला लग गया। सो इस जगह पे नैक्सट असीं देख रहे हैं कि कंसीडरिंग द प्रोसैस 1 to 2 आइसेंट्रोपिक एक्सपेंशन, कि जो सानू पता है कि जो 1 to 2 का प्रोसैस है वो आइसेंट्रोपिक एक्सपेंशन हो रही है। नैक्सट फिर असी इसका इस्तेमाल किया कि आइसेंट्रोपिक एक्सपेंशन के वास्ते T1 बाय T2 इज इक्वल्स टू P1 बाय P2 रेस टू द पावर गामा माइनस 1 अपॉन गामा। इसनों असी इक्वेशन नंबर 3 कहता। नाल इस तरह ही आइसेंट्रोपिक कंप्रैशन की गल करते हैं कि जो कंप्रैशन का प्रोसैस है वो भी कुछ इसी तरीके के नाल ही है, T4 बाय T3 इज इक्वल्स टू P4 बाय P3 रेस टू द पावर गामा माइनस 1 अपॉन गामा। इन्होंने इक्वेशन नंबर 4 कहता। हुण असी देखते हैं कि जिहड़ियां असी इक्वेशनस लाइयां 2, 3 एंड 4 इन्हां तो ही साडे कोल इन्हां नूं इक्वेट कर देना, इन्हां दो टैंपरेचर्स नूं असी इक्वेट कर देना ये टैंपरेचर दी रेशियोज़ नूं। जे साडे कोल एक्सपेंशन दे टैंपरेचर रेशियो है, जो साडी कंप्रैशन दी टैंपरेचर रेशियो है, इन्हां नूं इक्वेट क्यों करांगे? क्योंकि जो इन्हां दे प्रैशर्स ने वो भी साडे कोल सेम ने। सो फ्रॉम इक्वेशन नंबर 2, 3 एंड 4 साडे कोल इक्वेशन जो आ गई वो आ गई T1 बाय T2 इज इक्वल्स टू T4 बाय T3, और इस दे विचों मैं T4 की वैल्यू कुछ कैलकुलेट कर ली और उसनों नाम देता इक्वेशन नंबर 5। और इस 5 नंबर इक्वेशन नूं हुण असी पुट करांगे इक्वेशन नंबर 1 दे विच। हुण इक्वेशन 1 किहड़ी सी साडे कोल? अगर दोबारा फिर देखा जाए तो COP की असी एक इक्वेशन बनाई सी जिहड़ी कि तुसीं सामने स्क्रीन ते देख पा रहे हो। इस जगह ते जो T4 की वैल्यू पई है, इस जगह ते मैं वैल्यू हुण जो कैलकुलेट की है वो पुट कर दांगा
सो जो मेरे को वैल्यू आएगी फाइनल वो कुछ इस तरीके की आएगी कि देख रहे हो तुसीं COP इज इक्वल्स टू T3 माइनस T2 एज इट इज़ ले लिया और T4 की जगह हुण मैं पुट करता T1 बाय T2 इंटू T3 माइनस T1 ब्रैकेट क्लोज माइनस T3 माइनस T2। सो नैक्सट आ गया मेरे को ऊपर वाला एज इट इज़ और नीचे वाली इक्वेशन के विचों मैं की कीता T1 बाय T2 जो सी वो कॉमन कट लिया और जो बाकी बचा मेरे को T3 माइनस T2 माइनस T3 माइनस T2। और इस इक्वेशन के विच भी देख रहे हो कंप्लीट साढ़े को एक टर्म बनती है, ये दूसरी टर्म आ। नैक्सट स्टैप के विच मैं की करांगा इन्हां दोनों टर्म्स के विचों T3 माइनस T2 कॉमन कट लांगे। सो उस तरह ही COP की इक्वेशन के विचों T3 माइनस T2 असी कॉमन कट लिया, जो पिछे बचिया सी मेरे को डिनोमीनेटर के विच मैं T1 बाय T2 माइनस 1 बाकी बच गया। ये हुण T3 माइनस T2 दोनों आपस के कैंसल आउट हो गए, मेरे को फाइनल जो आया 1 अपॉन T1 अपॉन T2 माइनस 1। सो अगले स्टैप के विच की कीता जो साडे कोल डिनोमीनेटर सी इसका फिर असी अगेन एलसीएम ले लिया और जो फाइनल मेरे को रिजल्ट्स आ गए कुछ इस तरीके के आए T2 अपॉन T1 माइनस T2 और यही साडी आ गई फाइनल COP ऑफ द बेल कॉलमन साइकिल। नैक्सट असी गल करांगे वर्क डन पर kg ऑफ एयर कि जो बेल कॉलमन साइकिल की असी गल करते हैं कि ये अंदर वर्क डन साडा कितना होएगा, पर हुण असी इस चीज़ का ध्यान रखांगे कि जो इसके वर्क डन की इक्वेशन होएगी वो असी आइसेंट्रोपिक नहीं लेनी, वो असी PV दी पावर n इज इक्वल्स टू कॉन्सटेंट इस दे अकॉर्डिंगली उसका वर्क डन कैलकुलेट किया। सो वो कुछ इस तरीके का होएगा कि सानू पता है कि जो वर्क डन ड्यूरिंग द कंप्रैशन है कि कंप्रैशन के दौरान साढ़े को 3 to 4 जो प्रोसैस हो रही है जो वर्क डन आऊगा वो साढ़े को कुछ इस तरीके का लिया सी n अपॉन n माइनस 1 इंटू P4 V4 माइनस P3 V3 और इनू ही असी चेंज कर लिया एज पर द PV इज इक्वल्स टू MRT। असी जानते हैं कि जो साड़ी गैस इक्वेशन है कुछ इस तरीके की होंगी है और चेंज करके जो मेरे को आया n अपॉन n माइनस 1 इंटू R T4 माइनस T3। सो इतों मेरे को एक वर्क डन निकल आया कंप्रैसर का और इस तरह ही असी देखांगे कि जो एक्सपेंशन का प्रोसैस होगा एक्सपेंडर ने साडा कितना काम करना है क्योंकि उत्थे भी साडे कोल पिस्टन सिलेंडर अरेंजमेंट है। सो वो कितना काम करेगा। सो एज इट इज़ उत्थे 1 to 2 प्रोसैस के दौरान W2 इज इक्वल्स टू n अपॉन n माइनस 1 इंटू P1 V1 माइनस P2 V2। सो इनू भी एज पर अकॉर्डिंग टू दिस असी चेंज करांगे n अपॉन n माइनस 1 इंटू R T1 माइनस T2। सो इतों असी देखा कि साढ़े कोल दो तरह के वर्क डन निकले ने, एक वर्क डन है कंप्रैसर का और एक वर्क डन है साढ़े कोल एक्सपेंडर का। सो जो साढ़े कोल फाइनल वर्क डन बाय द प्रोसैस आऊगा वो साढ़े कोल कितना होगा वो कुछ इस तरीके दे नाल है नैट वर्क डन ड्यूरिंग द साइकिल पर kg ऑफ एयर इज इक्वल्स टू हुण जो साढ़े कोल कंप्रैसर का वर्क डन सी उहदे विचों असी एक्सपेंडर का माइनस कर देना और जो फाइनल साढ़े कोल आंसर आऊगा दोनों माइनस करके वो कुछ इस तरीके दे नाल है n अपॉन n माइनस 1 इंटू R वड्डी ब्रैकेट फिर ब्रैकेट स्टार्ट T4 माइनस T3 ब्रैकेट क्लोज माइनस T1 माइनस T2। सो ये साडा होएगा फाइनल वर्क डन पर kg ऑफ एयर दे लई। बेल कॉलमन साइकिल दे लास्टली टॉपिक दे विच असीं गल करांगे मास फ्लो रेट दी कि जदों एक जगह तो दूसरी जगह रैफ्रिजरेशन इफैक्ट प्रोड्यूस करन दे लई मास ऑफ द रैफ्रिजरेंट फ्लो कर रहा तो उसका मास किस रेट ते फ्लो करेगा वो होएगा उसका फार्मूला असीं देख पा रहे हैं सामने लोड इन टन्स ऑफ रैफ्रिजरेशन उस सिस्टम का की होगा एंड रैफ्रिजरेटिंग इफैक्ट पर kg ऑफ एयर कितना होएगा। उन्होंने दोनों जो असी डिवाइड करांगे तो जो फाइनल साढ़े कोल आंसर आऊगा वो kg पर मिनट्स टन्स दे विच साडा आंसर आ जाऊगा। सो इस तरीके दे नाल असी मास फ्लो रेट कैलकुलेट कर लांगे। सो होपफुली तुहानू ये वीडियो समझ लग्या होगा, टॉपिक्स क्लीयर होए होणगे। टॉपिक समझण दे दौरान कोई दिक्कत आई, कोई चीज़ नहीं हाजमे चो उतरी तो मैनू कमेंट करके जरूर दस्सिओ, मैं तुहाडी प्रॉब्लम सॉर्ट आउट जरूर करूँगा। सो थैंक यू वेरी मच। सत श्री अकाल जी।